ਦਇਆ ਮਇਆ ਕਰ ਪ੍ਰਾਨਪਤ ਮੁਰੇ। ਮੋਹਿ ਅਨਾਥ ਸਰਨ ਪ੍ਰਭ ਤੋਰੀ। ਅੰਧ ਕੂਪ ਮੈਂ ਹਾਥ ਦੇ ਰਾਖਹੁ। ਕਛੂ ਸਿਆਣਪ ਉਕਤ ਨਾ ਮੋਰੀ। ਵਾਹਿਗੁਰੂ ਜੀ ਦੀ ਪਾਰ ਬਖਸ਼ਿਸ਼ ਦਾ ਸਦਕਾ ਸਤਿਗੁਰਾਂ ਨੇ ਪਾਰ ਕਿਰਪਾ ਕੀਤੀ ਹੈ ਸਾਡੇ ਜੀਵਾਂ ਨੂੰ। ਤਾਰਨ ਵਾਸਤੇ ਧੁਰ ਕੀ ਬਾਣੀ ਆਈ। ਤਿੰਨ ਸਗਲੀ ਚਿੰਤ ਮਿਟਾਈ। ਸਤਿਗੁਰੂ ਜੀ ਦੇ ਪਾਵਨ ਚਰਨਾਂ ਦਾ ਆਸਰਾ ਤੱਕਦਿਆਂ ਹੋਇਆਂ ਲਵਾਈਏ ਹਾਜ਼ਰੀ ਬੜੇ ਪਿਆਰ ਸਹਿਤ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਨੇ ਸੁਭਾਗ ਸਮਾਂ ਬਖਸ਼ਿਸ਼ ਕੀਤਾ ਹੈ ਜਿਸ ਦੇ ਦੁਆਰਾ ਸਾਨੂੰ ਸਤਿਗੁਰਾਂ ਦੇ ਪਾਵਨ ਪਵਿੱਤਰ ਚਰਨ ਪਰਸਣ ਦਾ ਮੌਕਾ ਮਿਲਿਆ ਹੈ। ਐਸਾ ਸੋਹਣਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ ਜਿਸ ਸੁਭਾਗ ਸਮੇਂ ਵਿੱਚ ਅਸੀਂ ਵਾਹਿਗੁਰੂ ਪਰਮੇਸ਼ਰ ਰੱਬ ਜੀ ਦੀ ਸਿਫਤ ਸਲਾਹ ਕਰਕੇ ਆਪਣੇ ਜੀਵਨ ਨੂੰ ਸ਼ਬਦ ਗੁਰੂ ਦੇ ਨਾਲ ਜੋੜ ਕਰਕੇ ਸਾਡੇ ਜੀਵਨ ਦੇ ਵਿੱਚ ਜੋ ਜਨਮਾਂ ਜਨਮਾਂਤਰਾਂ ਦਾ ਅਗਿਆਨਤਾ ਦਾ ਹਨੇਰਾ ਹੈ ਜਿਹੜੀ ਕਿ ਸਾਨੂੰ ਸਮਝ ਨਹੀਂ ਪੈਂਦੀ, ਉਸ ਅਗਿਆਨਤਾ ਦੇ ਹਨੇਰੇ ਨੂੰ ਅਸੀਂ ਗੁਰੂ ਦੀ ਸੰਗਤ ਵਿੱਚ ਆ ਕਰਕੇ ਹੀ ਦੂਰ ਕਰ ਸਕਦੇ ਹਾਂ। ਸਤਿਗੁਰਾਂ ਦੇ ਪਾਵਨ ਬਚਨਾਂ ਦੁਆਰਾ ਸਤਿਗੁਰੂ ਜੀ ਪੰਜਵੇਂ ਗੁਰੂ ਨਾਨਕ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਪਾਵਨ ਬਚਨ ਆਪਾਂ ਨੇ ਪੜ੍ਹਿਆ। ਹੇ ਦਇਆ ਦੇ ਖਜ਼ਾਨੇ, ਮਾਇਆ ਦੇ ਪਤੀ, ਸਾਡੇ ਤੇ ਦਇਆ ਕਰੋ, ਸਾਡੇ ਤੇ ਰਹਿਮਤ ਕਰੋ। ਸਾਡੇ ਪ੍ਰਾਣਾਂ ਦੇ ਆਸਰੇ ਸਤਿਗੁਰੂ ਜੀ ਸਾਡੇ ਤੇ ਦਇਆ ਕਰੋ। ਅਸੀਂ ਅਨਾਥ ਹਾਂ। ਸਾਡਾ ਭਾਵ ਕਿ ਕੋਈ ਦੁਨੀਆ ਦੇ ਉੱਤੇ ਹੋਰ ਆਸਰਾ ਨਹੀਂ। ਹੇ ਵਾਹਿਗੁਰੂ ਜੀ, ਅਸੀਂ ਤੇਰੀ ਸ਼ਰਨ ਤੱਕੀ ਹੈ, ਤੇਰੀ ਸ਼ਰਨ ਦੇ ਵਿੱਚ ਆਏ ਹਾਂ। ਪਾਤਸ਼ਾਹ ਜੀ ਦੇ ਪਾਵਨ ਵਚਨ ਹੈ ਕਿ ਜੋ ਮਨੁੱਖ ਅਨਾਥ ਹੁੰਦਾ ਹੈ, ਜਿਸ ਨੂੰ ਅਸੀਂ ਆਮ ਯਤੀਮ ਕਹਿੰਦੇ ਹਾਂ, ਜਿਸ ਦਾ ਕੋਈ ਦੁਨੀਆ 'ਤੇ ਆਸਰਾ ਨਹੀਂ ਹੁੰਦਾ, ਅਸੀਂ ਉਹ ਆਪਣੇ ਆਪ ਨੂੰ ਸਤਿਗੁਰੂ ਅਰਜਨ ਪਾਤਸ਼ਾਹ ਸਾਹਿਬ ਜੀ ਪੇਸ਼ ਕਰਦੇ ਨੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਕਿ ਸਾਡਾ ਆਪ ਜੀ ਤੋਂ ਬਿਨਾਂ, ਆਪ ਜੀ ਦੀ ਪਿਆਰੀ ਸ਼ਰਨ ਤੋਂ ਬਿਨਾਂ ਹੋਰ ਕੋਈ ਵੀ ਆਸਰਾ ਵਾਹਿਗੁਰੂ ਜੀ ਨਹੀਂ। ਹੇ ਪ੍ਰਭੂ ਜੀ, ਅਸੀਂ ਤੇਰੀ ਸ਼ਰਨ ਵਿੱਚ ਆਏ ਹਾਂ। ਪ੍ਰਾਣਾਂ ਦੇ ਆਧਾਰ ਕਰਨ ਵਾਲੇ ਸਾਡੇ ਮਾਲਕਾ, ਇਹ ਸੰਸਾਰ ਜਿਹੜਾ ਹੈ ਨਾ, ਇਹ ਸੰਸਾਰ ਅੰਧਾ ਖੂਹ ਹੈ। ਇੱਕ ਅਸੀਂ ਯਤੀਮ ਹੈ, ਦੂਸਰੇ ਅੰਨੇ ਖੂਹ ਸੰਸਾਰ ਵਿੱਚ ਪਏ ਹੋਏ ਹਾਂ, ਡਿੱਗੇ ਹਾਂ। ਅੰਧਕੂਪ ਮੈਂ ਹਾਥ ਦੇ ਰਾਖਹੁ, ਕਛੂ ਸਿਆਣਪ ਉਕਤ ਨਾ ਮੋਰੀ। ਸਾਡੀ ਕੋਈ ਸਿਆਣਪ ਨਹੀਂ ਹੈ, ਸਾਡੀ ਕੋਈ ਵੀ ਤਾਕਤ ਨਹੀਂ ਹੈ, ਸਾਡੀ ਕੋਈ ਵੀ ਔਕਾਤ ਨਹੀਂ ਹੈ। ਹੇ ਪਾਤਸ਼ਾਹ, ਇਹ ਸੰਸਾਰ ਰੂਪੀ ਅੰਨੇ ਖੂਹ ਦੇ ਵਿੱਚੋਂ ਤੁਸੀਂ ਆਪ ਕੱਢ ਸਕਦੇ ਜੇ। ਐਸੀ ਮਤ ਦੀਜੈ ਮੇਰੇ ਠਾਕੁਰ, ਸਦਾ ਸਦਾ ਤੁਧ ਧਿਆਈ। ਪਾਤਸ਼ਾਹ ਮਿਹਰ ਕਰੋ, ਰਹਿਮਤ ਕਰੋ ਦਾਤਾ, ਐਸੀ ਸਾਨੂੰ ਮਤ ਦੇਵੋ, ਬਖਸ਼ਿਸ਼ ਕਰੋ, ਅਸੀਂ ਆਪ ਜੀ ਦੀ ਸ਼ਰਨ ਵਿੱਚ ਜੁੜੇ ਰਹੀਏ। ਜਦੋਂ ਆਪਾਂ ਬਾਣੀ ਪੜ੍ਹਦੇ ਹਾਂ ਨਾ, ਸਤਿਗੁਰੂ ਜੀ ਦੀ ਸੁਰਤ ਨਾਲ, ਧਿਆਨ ਨਾਲ, ਅੰਦਰ ਦੇ ਪੱਖ ਤੋਂ ਜੁੜ ਕੇ, ਤੇ ਸਾਨੂੰ ਬਹੁਤਿਆਂ ਥਾਵਾਂ 'ਤੇ ਬੇਸ਼ੁਮਾਰ ਜ਼ਿਕਰ ਸਤਿਗੁਰਾਂ ਜੀ ਦੇ ਵੱਲੋਂ ਪ੍ਰਾਪਤ ਹੁੰਦਾ ਹੈ ਕਿ ਸਾਧੂ ਦੀ ਸੰਗਤ, ਗੁਰਸਿੱਖਾਂ ਪਿਆਰਿਆਂ ਦੀ ਸੰਗਤ, ਜਿਹੜੇ ਆਪ ਜੁੜੇ ਹੋਏ ਹੈ
ਤੇ ਦੂਸਰਿਆਂ ਨੂੰ ਜੋੜਦੇ ਨੇ। ਉਹਨਾਂ ਦੀ ਸੰਗਤ ਕਰਨੀ ਹੀ ਵੱਡਾ ਮਨੁੱਖਾ ਜੀਵਨ ਦਾ ਲਾਭ ਹੈ। ਹੇ ਭਾਈ, ਤੂੰ ਉਹਨਾਂ ਸਤਿਗੁਰੂ ਜੀ ਦੇ ਪਿਆਰਿਆਂ ਦੀ ਸੰਗਤ ਕਰ, ਗੁਰਮੁਖਾਂ ਦੀ ਸੰਗਤ ਕਰ, ਉਹਨਾਂ ਸੰਤ ਜਨਾਂ ਦੀ ਸੰਗਤ ਕਰ, ਜਿਨ੍ਹਾਂ ਨੇ ਆਪਣੇ ਜੀਵਨ ਨੂੰ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਨਾਲ ਜੋੜ ਕੇ ਵਾਹਿਗੁਰੂ ਦੀ ਸ਼ਰਨ ਹੀ ਤੱਕੀ ਹੈ। ਗੁਰੂ ਵਿੱਚ ਤੇ ਅਕਾਲ ਪੁਰਖ ਵਿੱਚ ਕੋਈ ਭੇਦ ਨਹੀਂ, ਸੰਤ ਵਿੱਚ ਤੇ ਰੱਬ ਵਿੱਚ ਕੋਈ ਭੇਦ ਨਹੀਂ, ਤੇ ਗੁਰਮੁਖ ਤੇ ਗੁਰੂ ਸਿੱਖ ਵਿੱਚ ਵੀ ਕੋਈ ਰੱਬ ਵਿੱਚ ਭੇਦ ਨਹੀਂ, ਨਾ ਵੱਖਰੇ ਨੇ। ਉਸ ਪਰਮੇਸ਼ਰ ਦਾ ਸਰੂਪ ਹੀ ਉਹ ਲੋਕ ਉਹ ਸੰਸਾਰ ਦੇ ਅੰਦਰ ਬਣ ਕੇ ਕਿਸੇ ਨੂੰ ਸੰਤ ਦੀ ਉਪਾਧੀ ਮਿਲੀ, ਕਿਸੇ ਨੂੰ ਗੁਰੂ ਸਿੱਖ ਦੀ ਮਿਲੀ, ਕਿਸੇ ਨੂੰ ਗੁਰਮੁਖ ਪਿਆਰਿਆਂ ਦੀ ਮਿਲੀ। ਐਸੇ ਸੰਤ ਪਿਆਰਿਆਂ ਦੀ, ਐਸੇ ਰੱਬ ਦੇ ਪਿਆਰਿਆਂ ਦੀ ਸੰਗਤ ਕਰਨ ਤੋਂ ਬਿਨਾਂ ਇਹ ਸੰਸਾਰ ਰੂਪੀ ਜੋ ਅੰਨਾ ਖੂਹ ਹੈ ਨਾ, ਇਸ ਖੂਹ ਦੇ ਵਿੱਚੋਂ ਸਾਡੇ ਤੋਂ ਨਿਕਲਿਆ ਨਹੀਂ ਜਾਣਾ। ਰਾਮ ਸੰਤ ਮੈਂ ਭੇਦ ਕਿਛ ਨਾਹੀ, ਏਕ ਜਨ ਕਈ ਮਹਿ ਲਾਖ ਕਰੋੜੀ। ਕਰੋੜਾਂ ਦੇ ਵਿੱਚੋਂ ਇੱਕ ਰੱਬ ਦਾ ਪਿਆਰਾ ਪ੍ਰਾਪਤ ਹੋ ਸਕਦਾ ਹੈ ਜੇ ਤੂੰ ਉਦਮ ਕਰੇਂਦਿਆਂ ਜੀਓ ਤੂੰ ਕਮਾਵਦਿਆਂ ਸੁਖ ਪੁੰਚ। ਜਿੱਥੇ ਖਾਣ ਪੀਣ ਤੇ ਪਹਿਨਣ ਰਹਿਣ ਸਹਿਣ ਦੇ ਵਾਸਤੇ ਉਦਮ ਕਰਦਾ ਹੈ, ਉੱਥੇ ਰੱਬ ਦੇ ਪਿਆਰਿਆਂ ਨੂੰ ਮਿਲਣ ਵਾਸਤੇ ਵੀ, ਜ਼ਿੰਦਗੀ ਆਪਣੀ ਉਹਨਾਂ ਦੇ ਚਰਨਾਂ ਨਾਲ ਜੋੜਨ ਵਾਸਤੇ ਵੀ ਉਦਮ ਕਰ। ਉਦਮ ਕਰੇਗਾ ਤੇ ਐਸੇ ਪਿਆਰੇ ਤੈਨੂੰ ਜਗਤ ਰੂਪੀ ਅੰਨੇ ਖੂਹ ਚੋਂ ਕੱਢਣ ਵਾਲੇ ਮਿਲ ਜਾਣਗੇ। ਹੈਨ ਵਿਰਲੇ ਨਾਹੀ ਘਣੇ ਫੈਲ ਫਕੜ ਸੰਸਾਰ। ਵਿਰਲੇ ਸੰਸਾਰ ਦੇ ਅੰਦਰ ਐਸੇ ਰੱਬ ਦੇ ਪਿਆਰ ਵਾਲੇ ਹੇ ਭਾਈ ਹੈ। ਸਤਿਗੁਰੂ ਜੀ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਬਚਨ ਹੈ, ਸਾਨੂੰ ਹਲੂਣਾ ਦਿੰਦੇ ਹੈ ਕਿ ਉਸ ਪ੍ਰਮਾਤਮਾ ਦੇ ਸੁਭਾਅ ਨੂੰ ਜਾਣਨਾ ਕਰ, ਉਹਦੀ ਕੀਤੀ ਹੋਈ ਵਡਿਆਈ ਨੂੰ ਤੂੰ ਵੀ ਕਰਿਆ ਕਰ। ਮੇਰੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਬਚਨ ਨਿਮਰਤਾ ਸਹਿਤ ਕਰਦੇ ਨੇ ਕਿ ਹੇ ਅਕਾਲ ਪੁਰਖ ਵਾਹਿਗੁਰੂ, ਮੈਂ ਜੀਵ ਰੂਪ ਇੱਕ ਮੱਛਲੀ ਦੀ ਤਰ੍ਹਾਂ ਹਾਂ ਤੇ ਤੂੰ ਦਰਿਆ ਦੀ ਤਰ੍ਹਾਂ ਹੈ। ਮੈਂ ਤੇਰਾ ਅੰਤ ਨਹੀਂ ਪਾ ਸਕਦੀ। ਮੈਂ ਜੀਵ ਰੂਪ ਮੱਛਲੀ ਭਾਵ ਤੇਰਾ ਅੰਤ ਨਹੀਂ ਪਾ ਸਕਦੀ। ਤੇਰੇ ਆਰਾ ਪਾਰ ਦੀ ਮੈਨੂੰ ਕੋਈ ਸਮਝ ਨਹੀਂ ਲੱਗਦੀ ਕਿ ਤੂੰ ਕਿੰਨਾ ਕੁ ਵੱਡਾ ਹੈ। ਤੂੰ ਸਮਰੱਥ ਵੱਡਾ। ਮੇਰੀ ਮੱਤ ਥੋੜ੍ਹੀ ਰਾਮ, ਮੇਰੀ ਬਹੁਤ ਥੋੜ੍ਹੀ ਜੀ ਨਿੱਕੀ ਜੀ ਮੱਤ ਹੈ। ਮੈਂ ਛੋਟੀ ਮੱਤ ਵਾਲਾ, ਸਮਝ ਵਾਲਾ, ਛੋਟੀ ਸਮਝ ਵਾਲਾ, ਤੇ ਮੈਂ ਤੇਰੇ ਆਰਾ ਪਾਰ ਦਾ ਅੰਤ ਨਹੀਂ ਪਾ ਸਕਦਾ। ਬਸ ਮੈਨੂੰ ਤਾਂ ਇੰਨਾ ਹੀ ਪਤਾ ਹੈ ਕਿ ਮੈਂ ਜਿੱਥੇ ਨਿਕਾਹ ਜਾਂਦੀ ਹੈ ਮੇਰੀ, ਜਿੱਥੋਂ ਤੱਕ ਮੈਂ ਤੱਕਦੀ ਹਾਂ ਜੀਵ ਰੂਪ ਮੱਛੀ, ਮੈਂ ਉੱਥੇ ਤੈਨੂੰ ਹੀ ਦੇਖਦੀ ਹਾਂ। ਜੇ ਮੈਂ ਤੇਰੇ ਤੋਂ ਬਾਹਰ ਜਾਂਦੀ ਹਾਂ ਤੇ ਮੈਂ ਫੁੱਟ ਕੇ ਮਰ ਜਾਵਾਂਗੀ, ਮਰ ਜਾਵਾਂਗੀ, ਮਰ ਜਾਂਦੀ ਹਾਂ। ਮੇਰੇ ਹੋਰ ਪੱਲੇ ਕੁਛ ਨਹੀਂ, ਨਾ ਤਾਂ ਮੈਨੂੰ ਤੇਰੇ ਆਰਾ ਪਾਰ ਦੀ ਸੂਝ ਹੈ ਤੇ ਨਾ ਮੈਂ ਤੈਨੂੰ ਛੱਡ ਕੇ ਸਤਿਗੁਰੂ ਅਕਾਲ ਪੁਰਖ ਵਾਹਿਗੁਰੂ ਜੀਵ ਰੂਪ ਮਛਲੀ ਕਿਤੇ ਦੂਰ ਹੀ ਜਾ ਸਕਦੀ ਹੈ। ਪਾਤਸ਼ਾਹ ਜੀ, ਤੈਨੂੰ ਪਕੜਨ ਵਾਲੇ ਜਿਹੜੇ ਮਲਾਹਾ ਨੇ, ਆਮ ਆਪਾਂ ਦੇਖਦੇ ਹਾਂ ਦਰਿਆਵਾਂ ਦੇ ਕਿਨਾਰੇ, ਸਮੁੰਦਰ ਸਾਗਰ ਦੇ ਕਿਨਾਰੇ ਬਹੁਤ ਜਿਹੜੇ ਮਛੇਰੇ ਮੱਛੀਆਂ ਨੂੰ ਪਕੜਦੇ ਨੇ, ਜਾਲ ਕੁੰਡੀਆਂ ਲਾ ਕੇ, ਉਹਨਾਂ ਦਾ ਜ਼ਿਕਰ ਮੇਰੇ ਸਤਿਗੁਰੂ ਸਾਹਿਬ ਪਾਤਸ਼ਾਹ ਨਾਨਕ ਦੇਵ ਗੁਰੂ ਜੀ ਬਚਨ ਕਰਦੇ ਨੇ ਕਿ ਨਾ ਤਾਂ ਮੈਂ ਤੇਰੇ ਉਹਨਾਂ ਕਿਸ਼ਤੀਆਂ ਵਾਲੇ ਮਲਾਹਾਂ ਨੂੰ ਸਮਝ ਸਕਦੀ ਐ ਤੇ ਨਾ ਮੈਂ ਉਹਨਾਂ ਦਾ ਲਾਇਆ ਹੋਇਆ ਜਾਲ ਪਾਤਸ਼ਾਹ ਸਮਝ ਸਕਦੀ ਹਾਂ। ਮੈਂ ਜੀਵ ਰੂਪ ਛੋਟੀ ਜੀ ਮੱਛੀ ਹਾਂ। ਬਸ ਜਦੋਂ ਮੈਨੂੰ ਦੁੱਖ ਪ੍ਰਾਪਤ ਹੁੰਦਾ ਹੈ, ਮੈਂ ਤਾਂ ਤੈਨੂੰ ਹੀ ਯਾਦ ਕਰਦੀ, ਮੈਂ ਤੈਨੂੰ ਹੀ ਯਾਦ ਕਰਦੀ ਹਾਂ।
ਇਸ ਕਰਕੇ ਪਾਤਸ਼ਾਹ ਤੂੰ ਬੜਾ ਡੂੰਘਾ ਹੈ, ਬੜਾ ਵੱਡਾ ਵਿਸ਼ਾਲ ਦਰਿਆ ਹੈ, ਬੜਾ ਵੱਡਾ ਸਮੁੰਦਰ ਤੇ ਸਾਗਰ ਹੈ। ਮੈਂ ਤੇਰੀ ਸਮਝ ਨਹੀਂ ਪਾ ਸਕਦੀ, ਮੈਂ ਤੇਰੇ ਤੋਂ ਬਿਨਾਂ ਬਚ ਵੀ ਨਹੀਂ ਸਕਦੀ। ਪਾਤਸ਼ਾਹ ਮੈਨੂੰ ਜਿਹੜੇ ਆਉਣ ਵਾਲੇ ਭਾਵ ਕਿ ਜ਼ਿੰਦਗੀ ਦੇ ਵਿੱਚ ਜਿਹੜੇ ਦੁੱਖ ਨੇ ਨਾ, ਜਦੋਂ ਸਤਾਉਂਦੇ ਹੈ, ਉਦੋਂ ਮੈਂ ਇਹਨਾਂ ਦੁੱਖਾਂ ਤੋਂ ਦੁਖੀ ਹੋ ਕੇ ਕੁਰਲਾ ਕੁਰਲਾ ਕੇ ਤੈਨੂੰ ਆਪਣੇ ਮੁਖ ਤੋਂ ਸੰਭਾਲਦੀ, ਭਾਵ ਕਿ ਮੈਂ ਤੇਰੀ ਕੀਰਤੀ ਨੂੰ ਗਾਉਂਦੀ ਐ, ਮੈਂ ਵਡਿਆਈ ਕਰਦੀ ਐ। ਮੇਰੇ ਤੇ ਕਿਰਪਾ ਕਰ ਪਾਤਸ਼ਾਹ, ਮੇਰੇ ਤੇ ਰਹਿਮਤ ਕਰ। ਗੁਰੂ ਪਾਤਸ਼ਾਹ ਜੀ ਦੇ ਅਮੁੱਲੇ ਬਚਨ ਹਨ, ਤੂੰ ਦਰਿਆਓ ਦਾਨਾ ਬੀਨਾ, ਮੈਂ ਮਛਲੀ ਕੈਸੇ ਅੰਤ ਲਾਹਾ। ਜਹ ਜਹ ਦੇਖਾਂ ਤਹ ਤਹ ਤੂੰ ਹੈ, ਤੁਝ ਤੇ ਨਿਕਸੀ ਫੂਟ ਮਰਾਂ। ਨਾ ਜਾਣਾ ਮੇਓ ਨਾ ਜਾਣਾ ਜਾਲੀ, ਜਾਂ ਦੁੱਖ लागै ਤਾਂ ਤੁਝੇ ਸੰਭਾਲੀ। ਮੈਂ ਨਹੀਂ ਜਾਣਦੀ ਕੁਛ ਵੀ, ਮੈਂ ਤਾਂ ਇੰਨਾ ਹੀ ਜਾਣਦੀ ਹੈ ਕਿ ਤੂੰ ਬਹੁਤ ਵੱਡਾ ਹੈ। ਤੇਰੇ ਆਰਾ ਪਾਰ ਦਾ ਮੈਨੂੰ ਕੋਈ ਪਤਾ ਨਹੀਂ, ਮੈਨੂੰ ਕੋਈ ਸਮਝ ਨਹੀਂ ਆਉਂਦੀ। ਪਾਤਸ਼ਾਹ, ਮੇਰੇ ਜੀਵ ਰੂਪ ਮਛਲੀ ਦੇ ਭਲਾ ਕਰਨ ਵਾਸਤੇ ਸਤਿਗੁਰੂ ਜੀ ਤੁਸੀਂ ਕਿਰਪਾ ਬਣਾਈ ਰੱਖੋ। ਆਪ ਤੁਸੀਂ ਸਮੁੰਦਰ ਰੂਪ ਸਾਗਰ ਰੂਪ ਬੜੇ ਵਿਸ਼ਾਲ ਹੋ, ਮੈਨੂੰ ਆਪਣੇ ਚਰਨਾਂ ਨਾਲ ਜੋੜੀ ਰੱਖੋ। ਮੈਨੂੰ ਅੰਦਰਲੀ ਭਾਵਨਾ ਖੇਡ ਦੀ ਸਮਝ ਪੈ ਜਾਵੇ। ਪਾਤਸ਼ਾਹ, ਮੈਂ ਅੰਦਰੋਂ ਆਪ ਜੀ ਦੇ ਸਮੁੰਦ ਸਾਗਰ ਦੇ ਵਿੱਚ ਰਹਿ ਕੇ ਮਨ ਕਰਕੇ, ਤਨ ਕਰਕੇ, ਸੁਰਤ ਕਰਕੇ, ਭਾਵਨਾ ਕਰਕੇ ਸਤਿਗੁਰੂ ਜੀ ਆਪ ਜੈਸੇ ਮਹਾਨ ਦਰਿਆ ਦਾਤੇ ਦੇ ਨਾਲ ਜੁੜੀ ਰਹਾਂ। ਮੇਰੀ ਕਲਿਆਣ ਇਹੀ ਹੈ, ਮੇਰੀ ਸਿਆਣਪ ਇਹੀ ਹੈ, ਮੇਰੀ ਸਮਝ ਵਿੱਚ ਪਈ ਹੈ। ਸਤਿਗੁਰੂ ਜੀ, ਸਤਿਗੁਰਾਂ ਨੇ ਬੜੇ ਸੁੰਦਰ ਬਚਨਾਂ ਦੇ ਰਾਹੀਂ ਸਾਨੂੰ ਅਕਾਲ ਪੁਰਖ ਵਾਹਿਗੁਰੂ ਨਾਲ ਜੋੜਿਆ। ਉਸ ਜਗ੍ਹਾ ਤੇ ਆਪ ਖਲੋ ਕੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਬੇਨਤੀਆਂ ਕੀਤੀਆਂ ਹੈ, ਪਿਆਰ ਜਤਾਇਆ ਹੈ। ਜਿਸ ਜਗ੍ਹਾ ਤੇ ਸਾਨੂੰ ਸਤਿਗੁਰਾਂ ਨੇ ਖਿਲਾਰ ਕੇ ਦੱਸਿਆ ਹੈ ਕਿ ਜੇ ਤੂੰ ਸੰਸਾਰ ਦੇ ਅੰਦਰ ਆ ਕੇ ਇਸ ਹਨੇਰੇ ਰੂਪੀ ਖੂਹ ਦੇ ਵਿੱਚੋਂ ਬਾਹਰ ਨਿਕਲਣਾ ਚਾਹੁੰਦਾ ਹੈ ਭਾਈ, ਤੇ ਉਸ ਰੱਬ ਦੇ ਨਾਲ ਇਸ ਤਰ੍ਹਾਂ ਅੰਦਰੋਂ ਵੀ ਜੁੜ, ਬਾਹਰੋਂ ਵੀ ਜੁੜ, ਤੇਰੀ ਕਲਿਆਣ ਹੋ ਜਾਵੇਗੀ। ਵਾਹਿਗੁਰੂ ਬੜਾ ਤਰਸਵਾਨ ਹੈ, ਵਾਹਿਗੁਰੂ ਬੜਾ ਦਇਆ ਵਾਲਾ ਹੈ। ਵਾਹਿਗੁਰੂ ਤੇ ਭਰੋਸਾ ਬਣਾਉਣਾ ਹੀ ਇਸ ਮਨੁੱਖੇ ਜੀਵਨ ਦਾ ਭਲਾ ਹੈ। ਇਸ ਭਲੇ ਤੋਂ ਬਿਨਾਂ, ਵਾਹਿਗੁਰੂ ਦੀ ਰਹਿਮਤ ਤੋਂ ਬਿਨਾਂ, ਵਾਹਿਗੁਰੂ ਦੇ ਪਿਆਰ ਤੋਂ ਬਿਨਾਂ ਤੇਰੇ ਨਾਲ ਕੁਛ ਵੀ ਨਹੀਂ ਜਾਣਾ। ਪਾਤਸ਼ਾਹ ਜੀ ਆਖਦੇ ਨੇ, ਤੂੰ ਜੁੜਿਆ ਰਹੇ ਉਸ ਪਰਮੇਸ਼ਰ ਵਾਹਿਗੁਰੂ ਦੇ ਨਾਲ, ਆਪਣਾ ਮਨ ਕਰਕੇ, ਤਨ ਕਰਕੇ, ਸੋਚ ਮਤ ਕਰਕੇ ਉਸ ਪਰਮੇਸ਼ਰ ਦੇ ਨਾਲ ਜੁੜਿਆ ਰਹੇ। ਅਕਾਲ ਪੁਰਖ ਵਾਹਿਗੁਰੂ ਇਸ ਸੰਸਾਰ ਰੂਪੀ ਖੂਹ ਦੇ ਵਿੱਚੋਂ ਤੈਨੂੰ ਕੱਢ ਲਵੇਗਾ ਸਦਾ ਵਾਸਤੇ। ਤੂੰ ਸਮਰੱਥ ਪੁਰਖ ਪਰਮੇਸ਼ਰ ਪਾਰ ਬ੍ਰਹਮ ਦੇ ਨਾਲ ਜੁੜ ਕੇ ਜਿੱਥੇ ਬੇਨਤੀ ਕਰਦਾ ਹੈ, ਹੇ ਵਾਹਿਗੁਰੂ ਮੈਨੂੰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੋਂ ਬਚਾ। ਪਾਤਸ਼ਾਹ ਮੈਨੂੰ ਦੁੱਖਾਂ ਤੋਂ ਬਚਾ। ਉੱਥੇ ਨਾਲ ਇਹ ਵੀ ਰੱਬ ਤੋਂ ਮੰਗਿਆ ਕਰ, ਸਤਿਗੁਰੂ ਪਾਤਸ਼ਾਹ ਜੀ ਮੈਨੂੰ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰ। ਮੇਰੇ ਜਪੇ ਹੋਏ ਨਾਮ ਦੇ ਵਿੱਚ ਬਰਕਤਾਂ ਪਾ। ਮੇਰੇ ਸਵਾਸ ਸਵਾਸ ਵਿੱਚ ਵਾਹਿਗੁਰੂ ਤੂੰ ਆਪ ਆਣ ਕੇ ਵਸ ਕੇ ਆਪਣੀ ਕੀਰਤੀ, ਆਪਣਾ ਨਾਮ ਜਪਾ। ਮੈਂ ਤੇਰੇ ਗੁਣ ਗਾਵਾਂ ਦਿਨ ਰਾਤ ਕਰਕੇ। ਸਤਿਗੁਰੂ ਜੀ ਮੇਰੇ ਜੀਵਨ ਵਿੱਚ ਵਸ, ਮੈਨੂੰ ਆਪ ਜੀ ਦਾ ਨਾਮ ਜਪ ਕੇ ਆਨੰਦ ਆਉਣ ਲੱਗ ਜੇ, ਮੇਰੀ ਸੁਰਤ ਜੁੜਨ ਲੱਗ ਜੇ, ਮੇਰੇ ਅੰਦਰੋਂ ਵਕਾਰ ਭੱਜ ਜਾਣ, ਮੇਰੇ ਅੰਦਰ ਆਪ ਜੀ ਦੀ ਵਡਿਆਈ, ਆਪ ਜੀ ਦਾ ਪਿਆਰਾ ਨਾਮ ਵਸ ਜਾਵੇ। ਮੈਨੂੰ ਉਹ ਪਿਆਰੇ ਮੇਲ ਜਿਨ੍ਹਾਂ ਮਿਲਿਆ ਸਤਿਗੁਰੂ ਸੱਚੇ ਪਾਤਸ਼ਾਹ ਜੀ, ਮੇਰੇ ਪ੍ਰਾਣਾਂ ਦੇ ਪਤੀ ਮਾਲਕ, ਮੇਰੇ ਅਨਾਥ ਜੀਵਨ ਨੂੰ ਸਤਿਗੁਰੂ ਜੀ ਤੇਰੇ ਚਰਨਾਂ ਵਿੱਚ, ਤੇਰੇ ਪਿਆਰੇ ਚਰਨਾਂ ਵਿੱਚ ਪ੍ਰਵਾਨਗੀ ਮਿਲ ਜਾਵੇ।
ਇੱਕ ਮੈਂ ਅਨਾਥ ਹਾਂ, ਦੂਸਰਾ ਮੈਂ ਅੰਨੇ ਖੂਹ ਦੇ ਵਿੱਚ ਡਿੱਬਿਆ ਹੋਇਆ ਹਾਂ। ਸਤਿਗੁਰੂ ਜੀ, ਮੈਨੂੰ ਅੰਨੇ ਖੂਹ ਦੇ ਵਿੱਚ ਡਿੱਗੇ ਨੂੰ ਪਾਤਸ਼ਾਹ ਜੀ ਤੂੰ ਬਾਹਰ ਕੱਢ। ਮੈਨੂੰ ਉਹ ਪਿਆਰੇ ਮੇਲ ਜਿਨ੍ਹਾਂ ਦੀ ਸੰਗਤ ਕਰਕੇ ਮੈਂ ਪ੍ਰਭੂ ਭਗਤੀ ਵਿੱਚ, ਆਪ ਜੀ ਦੀ ਬੰਦਗੀ ਵਿੱਚ ਜੁੜ ਕੇ ਆਨੰਦ ਮਾਣਾ। ਜਿਹੜਾ ਤੇਰੇ ਪਿਆਰਿਆਂ ਨੂੰ ਆਨੰਦ ਆਉਂਦਾ ਹੈ, ਜਿਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਆਖਦੇ ਨੇ, ਆਨੰਦ ਆਨੰਦ ਸਭ ਕੋ ਕਹੇ ਆਨੰਦ, ਗੁਰੂ ਤੇ ਜਾਣਿਆ। ਉਹ ਆਨੰਦ ਮੈਂ ਸੁਣਿਆ ਹੈ, ਮੈਂ ਇਹ ਪੜ੍ਹਦਾ ਹੈ, ਪਰ ਇਹ ਆਨੰਦ ਅਜੇ ਤੱਕ ਮੇਰੇ ਜੀਵਨ ਵਿੱਚ ਨਹੀਂ ਆਇਆ। ਸਤਿਗੁਰੂ, ਉਹ ਕੈਸਾ ਆਨੰਦ ਹੈ, ਉਹ ਕੈਸੀਆਂ ਪਿਆਰੀਆਂ ਬਾਤਾਂ ਨੇ ਜਿਹਨਾਂ ਦੇ ਨਾਲ ਪਾਇਆ ਜੀਵਨ ਵਿੱਚ ਆਨੰਦ ਆ ਜਾਂਦਾ ਹੈ। ਆਪ ਜੀ ਦੇ ਬਚਨ ਮੈਂ ਬੜੀ ਵਾਰ ਪੜ੍ਹੇ ਹੈ, ਬੜੀ ਵਾਰ ਇਹ ਸਰਵਣ ਕੀਤੇ ਆ। ਆਨੰਦ ਆਨੰਦ ਸਭ ਕੋ ਕਹੇ, ਸਾਰੇ ਕਹਿੰਦੇ ਆਨੰਦ ਹੈ। ਆਨੰਦ ਗੁਰੂ ਤੇ ਜਾਣਿਆ, ਮੈਂ ਸੁਣਿਆ ਹੈ, ਮੈਂ ਵੇਖਿਆ ਹੈ। ਇਹ ਲਫਤਾਜੀ ਕਰਮ ਹੈ, ਪਰ ਜਿਹੜਾ ਗੁਰੂ ਤੋਂ ਆਨੰਦ ਮਿਲਦਾ ਹੈ, ਪਾਤਸ਼ਾਹ ਮੈਨੂੰ ਉਹ ਆਨੰਦ ਅਜੇ ਤੱਕ ਨਹੀਂ ਆਇਆ। ਮੈਨੂੰ ਉਸ ਆਨੰਦ ਦੀ ਦਾਤ ਬਖਸ਼ਿਸ਼ ਕਰ, ਮੈਨੂੰ ਉਹ ਆਨੰਦ ਆ ਜਾਵੇ। ਪਾਤਸ਼ਾਹ, ਮੈਂ ਅੰਨੇ ਖੂਹ ਸੰਸਾਰ ਸਾਗਰ ਚੋਂ ਬਾਹਰ ਹੋ ਕੇ ਉਹ ਰਸ ਪ੍ਰਾਪਤ ਕਰਾਂ, ਜਿਹੜਾ ਰਸ ਤੇਰੇ ਪਿਆਰਿਆਂ ਨੂੰ ਆਉਂਦਾ ਹੈ ਤੇ ਉਹ ਆਖਦੇ ਨੇ ਆਨੰਦ ਆਨੰਦ ਸਭ ਕੋ ਕਹੇ ਆਨੰਦ, ਗੁਰੂ ਤੇ ਜਾਣਿਆ। ਮੈਨੂੰ ਵੀ ਉਹ ਆਨੰਦ ਆ ਜਾਵੇ। ਮੈਂ ਸੰਸਾਰੀ ਭੋਜਨਾਂ ਪਦਾਰਥਾਂ ਦੇ, ਮਾਇਕ ਪਦਾਰਥਾਂ ਦੇ ਆਨੰਦ ਲੈ ਲੈ ਕੇ ਸਤਿਗੁਰੂ ਜੀ ਅੱਕ ਗਿਆ ਹਾਂ। ਮੇਰਾ ਆਨੰਦ ਬਣਦਾ ਹੈ, ਆਨੰਦ ਟੁੱਟ ਜਾਂਦਾ ਹੈ, ਆਨੰਦ ਆਉਂਦਾ ਹੈ, ਆਨੰਦ ਚਲਿਆ ਜਾਂਦਾ ਹੈ। ਮੈਨੂੰ ਇਸ ਸੰਸਾਰੀ ਆਨੰਦ ਦੀ ਹੁਣ ਲੋੜ ਨਹੀਂ, ਮੇਰਾ ਮਨ ਉਕਸਾਇਆ ਪਿਆ ਹੈ। ਮੈਨੂੰ ਉਹ ਆਨੰਦ ਮੇਰੇ ਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰੋ, ਜਿਹੜਾ ਆਪ ਆਪਣੇ ਪਿਆਰਿਆਂ ਨੂੰ ਆਨੰਦ ਬਖਸ਼ ਦਿਓ। ਇਹ ਰਸ ਛੋੜਾ ਹੈ, ਉਹ ਰਸ ਆਵਾ, ਉਹ ਰਸ ਪੀਆ ਤੋ ਇਹ ਰਸ ਨਹੀਂ ਭਾਵਾ। ਇਹ ਵੀ ਮੈਂ ਸੁਣਿਆ, ਇਹ ਵੀ ਮੈਂ ਵਿਚਾਰਿਆ ਹੈ। ਕਿਉਂ ਨਹੀਂ ਇਹ ਸੰਸਾਰੀ ਪਦਾਰਥਾਂ ਰੂਪੀ, ਪਰਿਵਾਰਕ ਰੂਪੀ ਪਾਤਸ਼ਾਹ ਆਨੰਦ ਮੇਰੇ ਜੀਵਨ ਵਿੱਚੋਂ ਗਵਾਚਦਾ, ਤੇ ਉਹ ਆਨੰਦ ਜਿਹੜਾ ਦੱਸਦੇ ਹੋ, ਉਹ ਆਨੰਦ ਅੱਜ ਤੱਕ ਮੈਨੂੰ ਕਿਉਂ ਨਹੀਂ ਆਇਆ। ਕਰੀਏ ਅਰਦਾਸ। ਇੱਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰਾਖੋ ਸਰਣਾਈ। ਪਾਤਸ਼ਾਹ, ਸਾਨੂੰ ਆਪਣੇ ਚਰਨਾਂ ਵਿੱਚ ਰੱਖ ਕੇ ਉਹ ਆਨੰਦ ਦੀ ਦਾਤ ਦਿਓ, ਜਿਹੜਾ ਆਨੰਦ ਆਪ ਆਪਣੇ ਪਿਆਰਿਆਂ ਨੂੰ ਬਖਸ਼ ਦਿਓ। ਸਾਨੂੰ ਹੁਣ ਉਸ ਆਨੰਦ ਦੀ ਲੋੜ ਹੈ। ਸੰਸਾਰੀ ਆਨੰਦ ਦੇ ਵਿੱਚੋਂ ਸਾਡਾ ਮਨ ਉਕਸਾਇਆ ਹੈ, ਮਨ ਖੱਟਾ ਹੋ ਗਿਆ ਹੈ। ਇਹ ਆਨੰਦ ਆਉਣ ਜਾਣ ਵਾਲੇ ਨੇ, ਇਹ ਆਨੰਦ ਆਪ ਜੀ ਦੇ ਚਰਨਾਂ ਨਾਲ ਜੋੜਨ ਵਾਲੇ ਨਹੀਂ। ਸਾਨੂੰ ਆਪ ਜੀ ਦੇ ਚਰਨਾਂ ਤੋਂ ਇਹਨਾਂ ਸੰਸਾਰ ਦੇ ਪਦਾਰਥਾਂ ਨੇ ਦੂਰ ਕੀਤਾ ਹੋਇਆ ਹੈ।